ਪਿਆਰੇ ਵਿਦਿਆਰਥੀਓ, ਥਿਊਰੀ ਆਫ ਲਿਟਰੇਚਰ ਜਾਂ ਸਾਹਿਤ ਸਿਧਾਂਤ ਦੇ ਇਹ ਅਧਿਆਪਨ ਨਾਲ ਜੁੜਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਕਿ ਸਾਹਿਤ ਦੀ ਪ੍ਰਕਿਰਤੀ ਕੀ ਹੈ। ਸਾਹਿਤ ਨਾਲ ਸੰਬੰਧਿਤ ਕਈ ਪਰਿਭਾਸ਼ਾਵਾਂ ਮਿਲਦੀਆਂ ਹਨ, ਪਰ ਕੋਈ ਵੀ ਪਰਿਭਾਸ਼ਾ ਸਾਹਿਤ ਦੇ ਸ਼ੁੱਧ ਸਰੂਪ ਨੂੰ ਪ੍ਰਗਟਾ ਸਕਣ ਦੇ ਯੋਗ ਨਹੀਂ, ਕਿਉਂਕਿ ਕੁਝ ਪਰਿਭਾਸ਼ਾਵਾਂ ਇਤਨੇ ਵਿਸ਼ਾਲ ਘੇਰੇ ਦੀਆਂ ਹਨ ਕਿ ਲੋਕ ਪਰਲੋਕ ਨਾਲ ਸੰਬੰਧਿਤ ਕੋਈ ਵੀ ਵੇਰਵਾ ਸਾਹਿਤ ਤੋਂ ਬਾਹਰ ਪ੍ਰਤੀਤ ਨਹੀਂ ਹੁੰਦਾ, ਤੇ ਕੁਝ ਘਟਨਾਵਾਂ ਇਤਨੇ ਸੰਕੁਚਿਤ ਘੇਰੇ ਦੀਆਂ ਹਨ ਕਿ ਸ਼ੁੱਧ ਸਾਹਿਤ ਦੀ ਹੋਂਦ ਉੱਪਰ ਸ਼ੰਕਾ ਹੋਣ ਲੱਗਦੀ ਹੈ। ਇਸ ਲਈ ਸਾਹਿਤ ਦੇ ਅਖੰਡ ਅਤੇ ਸ਼ੁੱਧ ਸਰੂਪ ਦਾ ਅਧਿਐਨ ਕਰਨ ਲਈ, ਜਾਂ ਕਹਿ ਲਵੋ ਸਾਹਿਤ ਅਤੇ ਅਸਹਿਤ ਵਿੱਚ ਨਖੇੜਾ ਸਥਾਪਿਤ ਕਰਨ ਲਈ, ਸਾਨੂੰ ਸਾਹਿਤ ਦੀ ਪ੍ਰਕਿਰਤੀ ਨੂੰ ਜਾਣਨਾ ਜ਼ਰੂਰੀ ਹੈ। ਸਾਹਿਤ ਦੀ ਪਰਿਭਾਸ਼ਾ ਦੇ ਮੁਤਾਬਕ ਜੇ ਕਿਹਾ ਜਾਵੇ ਕਿ ਹਰ ਛਪੀ ਵਸਤੂ ਜਾਂ ਪ੍ਰਕਾਸ਼ਿਤ ਰਚਨਾ ਸਾਹਿਤ ਹੁੰਦੀ ਹੈ, ਤਾਂ ਲੋਕ ਪਰਲੋਕ ਨਾਲ ਸੰਬੰਧਿਤ ਕਿਸੇ ਵੀ ਵਿਸ਼ੇ ਉੱਤੇ ਲਿਖੀ ਰਚਨਾ ਨੂੰ ਸਾਨੂੰ ਸਾਹਿਤ ਸਵੀਕਾਰ ਕਰਨਾ ਪਵੇਗਾ। ਤਾਂ ਫਿਰ ਦਰਸ਼ਨ, ਇਤਿਹਾਸ, ਵਿਗਿਆਨ, ਅਰਥ ਸ਼ਾਸਤਰ, ਕਾਨੂੰਨ, ਜਾਦੂ ਟੋਣੇ, ਦਵਾ ਦਰਮਲ ਦੇ ਟੋਟਕੇ, ਪਾਕ ਵਿਧੀਆਂ ਆਦਿ ਇਸ ਘੇਰੇ ਤੋਂ ਬਾਹਰ ਨਹੀਂ ਪ੍ਰਤੀਤ ਹੁੰਦੀਆਂ। ਸੰਖੇਪ ਵਿੱਚ ਸਭਿਅਤਾ ਤੇ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਗੱਲ ਜਾਂ ਘਟਨਾ ਸਾਹਿਤ ਵਿੱਚ ਸ਼ਾਮਲ ਹੋਣ ਦਾ ਹੱਕ ਰੱਖਦੀ ਹੈ। ਇੰਜ ਹਰ ਰਚਨਾ ਨੂੰ ਇਸ ਦੀ ਸਭਿਅਤਾ ਨੂੰ ਦੇਣ ਦੀ ਦ੍ਰਿਸ਼ਟੀਕੋਣ ਤੋਂ ਦੇਖਣਾ ਪਵੇਗਾ। ਇਸ ਤਰ੍ਹਾਂ ਸਾਹਿਤ ਅਧਿਐਨ ਸਭਿਅਤਾ ਤੇ ਇਤਿਹਾਸ ਨਾਲ ਸੰਬੰਧਿਤ ਹੀ ਨਹੀਂ, ਸਗੋਂ ਉਸਦਾ ਪਰਿਆਵਾਚੀ ਹੋਵੇਗਾ। ਸਭਿਅਤਾ ਦੇ ਇਤਿਹਾਸ ਨੂੰ ਜਾਂ ਇਤਿਹਾਸ ਨੂੰ ਸਾਨੂੰ ਸਾਹਿਤ ਸਵੀਕਾਰ ਕਰਨਾ ਪਵੇਗਾ। ਨਿਸ਼ਚੈ ਹੀ ਇਹ ਸਾਹਿਤ ਨਾਲ ਅਤੇ ਸਭਿਅਤਾ ਦੇ ਇਤਿਹਾਸ ਦੋਹਾਂ ਨਾਲ ਅਨਿਆਏ ਹੋਵੇਗਾ ਤੇ ਸਾਨੂੰ ਸ਼ੁੱਧ ਸਾਹਿਤ ਦੀ ਹੋਂਦ ਨੂੰ ਰੱਦ ਕਰਨਾ ਪਵੇਗਾ। ਜੇ ਇੱਕ ਪਰਿਭਾਸ਼ਾ ਹੋਰ ਦੇਖੀ ਜਾਵੇ ਤਾਂ ਉਸ ਮੁਤਾਬਕ ਸਾਹਿਤ ਨੂੰ ਮਹਾਨ ਗ੍ਰੰਥਾਂ ਤੱਕ ਸੀਮਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਮਹਾਨ ਗ੍ਰੰਥ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਹੋ ਸਕਦੇ ਹਨ। ਮਹਾਨਤਾ ਨੂੰ ਅਸੀਂ ਦੋ ਦ੍ਰਿਸ਼ਟੀਕੋਣਾਂ ਤੋਂ ਵੇਖਦੇ ਹਾਂ, ਇੱਕ ਉਸਦੇ ਸੌਂਦਰਯ ਸ਼ਾਸਤਰੀ ਤੱਤਾਂ ਮੁਤਾਬਕ ਤੇ ਦੂਸਰਾ ਗਿਆਨ ਸ਼ਾਸਤਰੀ ਪਰਿਪੇਖ ਮੁਤਾਬਕ। ਨਾਵਲ, ਨਾਟਕ, ਕਹਾਣੀ, ਗਲਪ, ਇਹਨਾਂ ਵਿੱਚ ਸੌਂਦਰਯ ਸ਼ਾਸਤਰੀ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ। ਜੀਵਨ ਅਤੇ ਜਗਤ ਦੇ ਵੇਰਵੇ ਨਾਲ ਸੰਬੰਧਿਤ ਸਾਹਿਤਕਾਰ ਬਹੁਤ ਸੁਹਜਾਤਮਕ ਢੰਗ ਨਾਲ ਇਹਨਾਂ ਵਿੱਚ ਘਟਨਾਵਾਂ ਨੂੰ ਪੇਸ਼ ਕਰਦਾ ਹੈ, ਜੋ ਕਿ ਮਨੁੱਖੀ ਭਾਵਾਂ ਨੂੰ ਟੁੰਬਦੀਆਂ ਹਨ ਤੇ ਆਨੰਦ ਪ੍ਰਦਾਨ ਕਰਦੀਆਂ ਹਨ। ਇਹਨਾਂ ਸੌਂਦਰਯ ਸ਼ਾਸਤਰੀ ਤੱਤਾਂ ਦਾ ਅਸੀਂ ਸਾਹਿਤਕ ਰਚਨਾਵਾਂ ਨੂੰ ਵਿਸ਼ੇਸ਼ ਮੰਨਦੇ ਹਾਂ ਜਾਂ ਮਹਾਨ ਕਿਹਾ ਜਾ ਸਕਦਾ ਹੈ। ਪਰ ਕੁਝ ਰਚਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਿ ਉਹਨਾਂ ਦੀ ਪ੍ਰਸਿੱਧੀ ਕਾਰਨ ਮਹਾਨ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਉਹਨਾਂ ਦੀ ਬੌਧਿਕ ਮਹੱਤਤਾ ਹੁੰਦੀ ਹੈ। ਇਹ ਪੁਸਤਕਾਂ ਸਾਡੇ ਗਿਆਨ ਦਾ ਵਿਸਤਾਰ ਕਰਦੀਆਂ ਹਨ। ਬਹੁਤ ਸਾਰੇ ਪੱਛਮੀ ਸਾਹਿਤ ਦੇ ਇਤਿਹਾਸਾਂ ਵਿੱਚ ਦਰਸ਼ਨ ਸ਼ਾਸਤਰੀਆਂ, ਆਚਾਰ ਸ਼ਾਸਤਰੀਆਂ, ਧਰਮ ਸ਼ਾਸਤਰੀਆਂ ਦੇ ਵਿਚਾਰ ਦਾ ਪ੍ਰਵੇਸ਼ ਇਸੇ ਆਧਾਰ ਤੇ ਕੀਤਾ ਗਿਆ ਹੈ। ਪੰਜਾਬੀ ਵਿੱਚ ਅਜਿਹੀ ਕੋਈ ਵਿਸ਼ੇਸ਼ ਸਾਹਿਤ ਦੇ ਇਤਿਹਾਸ ਰਚੇ ਜਾਣ ਦੀ ਪਰੰਪਰਾ ਨਹੀਂ ਹੈ, ਪਰ ਜਿਹੜੀ ਵੀ ਚੰਗੇ ਮਨ ਦੇ ਇਤਿਹਾਸ ਲਿਖੇ ਗਏ ਹਨ, ਸਾਹਿਤ ਦੇ ਇਤਿਹਾਸ ਲਿਖੇ ਗਏ ਹਨ, ਉਹਨਾਂ ਵਿੱਚ ਗੁਰਮਤਿ ਸਾਹਿਤ ਨੂੰ ਵਿਸ਼ੇਸ਼ ਦਰਜਾ ਹਾਸਲ ਹੈ, ਜਿਸ ਵਿੱਚ ਕਿ ਮਨੁੱਖੀ ਗਿਆਨ ਦਾ ਅਸੀਮ ਭੰਡਾਰ ਪਿਆ ਹੈ। ਸੋ ਜੇ ਅਸੀਂ ਗਿਆਨ ਸ਼ਾਸਤਰੀ ਮੁੱਲਾਂ ਦੇ ਆਧਾਰ ਤੇ ਕਿਸੇ ਰਚਨਾ ਨੂੰ ਮਹਾਨ, ਤਾਂ ਸਾਹਿਤ ਦੇ ਵਿਦਿਆਰਥੀ ਨੂੰ ਬਹੁਤ ਸਾਰੇ ਗਿਆਨ ਤੋਂ ਜਾਣੂ ਹੋਣਾ ਪਵੇਗਾ, ਜੋ ਕਿ ਬਹੁਤ ਕਠਿਨ ਕਾਰਜ ਹੈ। ਤੇ ਹਰ
ਚਿੰਤਕ ਜਾਂ ਵਿਚਾਰਧਾਰਕ ਦੇ ਵਿਚਾਰਾਂ ਨੂੰ ਅਸੀਂ ਸਾਹਿਤ ਸਵੀਕਾਰ ਨਹੀਂ ਕਰ ਸਕਦੇ। ਇਸ ਨਾਲ ਸਾਨੂੰ ਸਾਹਿਤ ਦੀ ਸ਼ੁੱਧ ਹੋਂਦ ਨੂੰ ਰੱਦ ਕਰਨਾ ਪਵੇਗਾ। ਸਾਹਿਤ ਦੀ ਪ੍ਰਕਿਰਤੀ ਦੀ ਪਛਾਣ ਅਸੀਂ ਉਸ ਦੇ ਮਾਧਿਅਮ ਵਿਸ਼ਲੇਸ਼ਣ ਰਾਹੀਂ ਵੀ ਕਰ ਸਕਦੇ ਹਾਂ। ਸਾਹਿਤ ਦਾ ਮਾਧਿਅਮ ਭਾਸ਼ਾ ਹੁੰਦਾ ਹੈ ਤੇ ਭਾਸ਼ਾ ਹੋਰ ਕਈ ਕੰਮਾਂ ਲਈ ਵੀ ਵਰਤੀ ਜਾਂਦੀ ਹੈ। ਸਾਰੇ ਗਿਆਨ ਕੀਰਤਾਂ ਦਾ ਮਾਧਿਅਮ ਵੀ ਭਾਸ਼ਾ ਹੈ। ਹੋਰ ਕਈ ਕਲਾਵਾਂ ਦੇ ਵਿੱਚ ਭਾਸ਼ਾ ਰਾਹੀਂ ਵਿਚਾਰ ਪ੍ਰਗਟਾਏ ਜਾਂਦੇ ਹਨ, ਪਰ ਭਾਸ਼ਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਮਿਸਾਲ ਦੇ ਤੌਰ ਤੇ ਸਾਹਿਤ ਦੀ ਭਾਸ਼ਾ, ਵਿਗਿਆਨ ਦੀ ਭਾਸ਼ਾ ਜਾਂ ਨਿਤ ਵਰਤੋਂ ਦੀ ਭਾਸ਼ਾ। ਇਹਨਾਂ ਭਾਸ਼ਾਵਾਂ 'ਚ ਨਿਖੇੜਾ ਕਰਨਾ ਲਾਜ਼ਮੀ ਹੈ। ਸਾਹਿਤ ਦੀ ਭਾਸ਼ਾ ਤੇ ਵਿਗਿਆਨ ਦੀ ਭਾਸ਼ਾ ਵਿੱਚ ਨਿਖੇੜਾ ਕਰ ਸਕਣਾ ਕੋਈ ਮੁਸ਼ਕਿਲ ਨਹੀਂ ਹੈ, ਕਿਉਂਕਿ ਸਾਹਿਤ ਦੀ ਭਾਸ਼ਾ ਆਵੇਗ ਜਾਂ ਭਾਵਨਾ ਨਾਲ ਜੁੜੀ ਹੁੰਦੀ ਹੈ ਤੇ ਵਿਗਿਆਨਿਕ ਭਾਸ਼ਾ ਵਿਚਾਰ ਨਾਲ ਸੰਬੰਧਿਤ ਹੁੰਦੀ ਹੈ। ਹਾਲਾਂਕਿ ਵਿਚਾਰ ਸਾਹਿਤ ਦੀ ਭਾਸ਼ਾ ਵਿੱਚ ਵੀ ਹੁੰਦੇ ਹਨ, ਪਰ ਵਿਗਿਆਨ ਦੀ ਭਾਸ਼ਾ ਚਿੰਨ੍ਹਾਂ ਦੀ ਭਾਸ਼ਾ ਹੈ। ਇੱਕ ਵਸਤੂ, ਇੱਕ ਚਿੰਨ੍ਹ ਦੇ ਨੇਮ ਨਾਲ ਸੰਬੰਧਿਤ ਵਿਗਿਆਨਿਕ ਭਾਸ਼ਾ ਦਾ ਸੁਭਾਅ ਸੰਕੇਤਿਕ ਤੱਥਾਂ ਦੇ ਨਾਲ ਜੁੜਿਆ ਹੋਇਆ ਹੈ। ਇਸ ਦੇ ਵਿਰੋਧ ਵਿੱਚ ਸਾਹਿਤ ਭਾਸ਼ਾ ਅਨੇਕ ਅਰਥੀ ਅਤੇ ਪ੍ਰਸੰਗ ਸਾਪੇਖ ਹੁੰਦੀ ਹੈ। ਮਿਸਾਲ ਦੇ ਤੌਰ ਤੇ ਰਸਾਇਣ ਵਿਗਿਆਨ ਵਿੱਚ, ਕੈਮਿਸਟਰੀ 'ਚ ਜਿਸ ਨੂੰ ਅਸੀਂ ਕਹਿੰਦੇ ਹਾਂ, ਰਸਾਇਣ ਵਿਗਿਆਨ ਵਿੱਚ ਪਾਣੀ ਲਈ ਵਰਤਿਆ ਜਾਂਦਾ ਚਿੰਨ੍ਹ H2O ਹੈ, ਪਰ ਜਦੋਂ ਇਹੀ ਪਾਣੀ ਸ਼ਬਦ ਸਾਹਿਤ ਦੀ ਭਾਸ਼ਾ ਵਿੱਚ ਵਰਤੋਂ ਹੁੰਦਾ ਹੈ ਤੇ ਅਨੇਕ ਅਰਥਾਂ ਨਾਲ ਜੁੜਦਾ ਹੈ। ਜਿਵੇਂ ਕਿ ਪਾਣੀ ਪੀਣ ਵਾਲਾ ਪਦਾਰਥ ਹੈ, ਪਰ ਗਮ ਜਾਂ ਖੁਸ਼ੀ ਦੇ ਮੌਕੇ 'ਚ ਅੱਖਾਂ 'ਚੋਂ ਨਿਕਲਿਆ ਪਾਣੀ ਅਥਰੂ ਹੈ। ਗੁਰੂ ਘਰਾਂ 'ਚ ਪਾਵਨ ਪਾਣੀ ਜਲ ਜਾਂ ਅੰਮ੍ਰਿਤ ਦੀ ਸੰਗਿਆ ਨੂੰ ਪ੍ਰਾਪਤ ਹੈ। ਇਸ ਲਈ ਸਾਹਿਤ ਭਾਸ਼ਾ ਦਾ ਪ੍ਰਯੋਜਨ ਅਭਿਵਿਅਕਤੀ ਮੂਲਕ ਹੈ। ਸਾਹਿਤ ਵਿੱਚ ਇੱਕ ਚਿੰਨ੍ਹ ਅਨੇਕ ਅਰਥਾਂ ਦਾ ਲਖਾਇਕ ਹੈ। ਇਸ ਵਿੱਚ ਲੇਖਕ ਦਾ ਦ੍ਰਿਸ਼ਟੀਕੋਣ, ਉਸਦੀ ਸੁਰ ਸ਼ਾਮਲ ਹੁੰਦੀ ਹੈ। ਸੋ ਸਾਹਿਤ ਦੀ ਭਾਸ਼ਾ ਵਿਗਿਆਨ ਦੀ ਭਾਸ਼ਾ ਦੇ ਮੁਕਾਬਲੇ ਇੱਕ ਤੱਥ ਜਾਂ ਕਿਸੇ ਵਸਤੂ ਦਾ ਚਿੰਨ੍ਹ ਹੀ ਨਹੀਂ, ਸਗੋਂ ਭਾਵੁਕ ਬੌਧਿਕ ਪੇਸ਼ਕਾਰੀ ਹੈ, ਜੋ ਕਿ ਪਾਠਕ ਨੂੰ ਪ੍ਰਭਾਵਿਤ ਕਰਨਾ ਲੋਚਦੀ ਹੈ, ਉਸ ਨੂੰ ਪ੍ਰੇਰਿਤ ਕਰਦੀ ਹੈ ਅਤੇ ਉਸ ਨੂੰ ਬਦਲਣਾ ਚਾਹੁੰਦੀ ਹੈ। ਇਹ ਸਾਰੀਆਂ ਵਿਸ਼ੇਸ਼ਤਾਵਾਂ ਵਿਗਿਆਨਿਕ ਭਾਸ਼ਾ ਵਿੱਚ ਨਹੀਂ ਹੁੰਦੀਆਂ। ਇਸ ਲਈ ਜਦੋਂ ਅਸੀਂ ਭਾਸ਼ਾ ਦਾ ਨਖੇੜਾ ਕਰਦੇ ਹਾਂ ਤਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਇਹ ਭਾਸ਼ਾ ਸੰਕਲਪ ਦੀ ਭਾਸ਼ਾ ਹੈ, ਵਿਚਾਰ ਦੀ ਭਾਸ਼ਾ ਹੈ ਜਾਂ ਭਾਵਨਾ ਨਾਲ ਜੁੜੀ ਹੋਈ ਹੈ। ਸਾਹਿਤ ਦੀ ਭਾਸ਼ਾ ਅਤੇ ਨਿਤ ਵਰਤੋਂ ਦੀ ਭਾਸ਼ਾ ਵਿੱਚ ਅੰਤਰ ਕਰ ਸਕਣਾ ਰਤਾ ਕੋ ਕਠਿਨ ਹੈ, ਕਿਉਂਕਿ ਜੋ ਕੁਝ ਸਾਹਿਤ ਦੀ ਭਾਸ਼ਾ ਵਿੱਚ ਹੁੰਦਾ ਹੈ ਉਹ ਸਭ ਕੁਝ ਨਿਤ ਵਰਤੋਂ ਦੀ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਸਾਹਿਤ ਦੀ ਭਾਸ਼ਾ ਦੀ ਨੀਂਹ ਨਿਤ ਵਰਤੋਂ ਦੀ ਭਾਸ਼ਾ ਉੱਪਰ ਹੀ ਉਸਰੀ ਹੁੰਦੀ ਹੈ। ਨਿਤ ਵਰਤੋਂ ਦੀ ਭਾਸ਼ਾ ਵਿੱਚ ਕਈ ਸ਼ਬਦ ਅਸੀਂ ਅਜਿਹੇ ਵਰਤਦੇ ਹਾਂ ਜੋ ਕਿ ਬੇਲੋੜੇ ਜਾਪਦੇ ਹਨ, ਪਰ ਸਾਹਿਤ ਦੀ ਭਾਸ਼ਾ ਵਿੱਚ ਕੋਈ ਵੀ ਸ਼ਬਦ ਵਾਫਰ ਜਾਂ ਫਾਲਤੂ ਨਹੀਂ ਹੁੰਦਾ। ਕਈ ਰਚਨਾਵਾਂ, ਵਿਸ਼ੇਸ਼ ਕਰਕੇ ਕਵਿਤਾਵਾਂ, ਇਤਨੀਆਂ ਸੰਗਠਿਤ ਹੁੰਦੀਆਂ ਹਨ ਕਿ ਉਹਨਾਂ ਦੇ ਸਮੁੱਚੇ ਭਾਵ ਨੂੰ ਹਾਨੀ ਪਹੁੰਚਾਏ ਬਗੈਰ ਕੋਈ ਇੱਕ ਸ਼ਬਦ ਵੀ ਕੱਢ ਸਕਣਾ ਜਾਂ ਬਦਲ ਸਕਣਾ ਸੰਭਵ ਨਹੀਂ ਹੁੰਦਾ। ਜਦਕਿ ਨਿਤ ਵਰਤੋਂ ਦੀ ਭਾਸ਼ਾ 'ਚ
ਅਸੀਂ ਕਈ ਸ਼ਬਦ ਵੇਲੋੜੇ ਵਰਤਦੇ ਹਾਂ, ਜਿਵੇਂ ਕਿ ਕਰਖਾਂ, ਆਖ, ਆਖਸੂ, ਬਈ ਆਦਿ ਲਫ਼ਜ਼, ਜਿਹੜੇ ਕਿ ਵਕਤਾ ਦੀ ਦ੍ਰਿਸ਼ਟੀ ਤੋਂ ਭਾਵੇਂ ਮਹੱਤਵਪੂਰਨ ਹੋਣ, ਪਰ ਜੇ ਭਾਸ਼ਾ ਦੇ ਸੰਚਾਰ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਏ, ਉਹਨਾਂ ਵਿੱਚੋਂ ਇਹ ਸ਼ਬਦ ਮਨਫੀ ਵੀ ਕਰ ਦਿੱਤੇ ਜਾਣ ਤਾਂ ਸੰਰਚਨਾ ਵਿੱਚ ਕੋਈ ਫਰਕ ਨਹੀਂ ਪੈਂਦਾ। ਇਸ ਲਈ ਸਾਹਿਤ ਦੀ ਭਾਸ਼ਾ ਦੇ ਮੁਕਾਬਲੇ ਨਿਤ ਵਰਤੋਂ ਦੀ ਭਾਸ਼ਾ ਵਧੇਰੇ ਸਰਲ ਅਤੇ ਸੁਭਾਵਿਕ ਹੁੰਦੀ ਹੈ ਤੇ ਸਾਹਿਤ ਦੀ ਭਾਸ਼ਾ ਵਧੇਰੇ ਜਟਿਲ ਹੁੰਦੀ ਹੈ। ਨਿਤ ਵਰਤੋਂ ਦੀ ਭਾਸ਼ਾ ਦਾ ਕਰਮ ਸੰਸਾਰ ਜਾਂ ਯਥਾਰਥਕ ਜਗਤ ਨਾਲ ਜੁੜਿਆ ਹੋਇਆ ਹੁੰਦਾ ਹੈ, ਜਦਕਿ ਸਾਹਿਤ ਦੀ ਭਾਸ਼ਾ ਦਾ ਸੁਭਾਅ ਸੋ ਸੰਸਾਰ ਨਾਲ ਜੁੜਿਆ ਹੁੰਦਾ ਹੈ। ਇਸ ਲਈ ਸਾਹਿਤ ਦੇ ਪਾਠਕ ਨੂੰ ਪ੍ਰਭਾਵਿਤ ਕਰਨ ਲਈ ਸਾਹਿਤ ਭਾਸ਼ਾ ਵਿੱਚ ਵਿਅੰਗ, ਹਾਸ ਰਸ, ਛੰਦ ਵਿਧਾਨ ਆਦਿ ਅਨੇਕ ਭਾਸ਼ਾਈ ਯੁਕਤਾਂ ਦੀ ਵਰਤੋਂ ਕੀਤੀ ਗਈ ਹੁੰਦੀ ਹੈ, ਜਦਕਿ ਨਿਤ ਵਰਤੋਂ ਦੀ ਭਾਸ਼ਾ ਵਿੱਚ ਭਾਸ਼ਾ ਸ਼ਬਦ ਤੋਂ ਅਰਥ ਤੱਕ ਦੀ ਪ੍ਰਾਪਤੀ ਨਾਲ ਹੀ ਸੰਬੰਧਿਤ ਹੁੰਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਸ਼ਾ ਦੇ ਵੱਖੋ ਵੱਖਰੇ ਰੂਪਾਂ ਦਾ ਅਧਿਐਨ ਕਰਨ ਨਾਲ ਵੀ ਅਸੀਂ ਸਾਹਿਤ ਦੀ ਪ੍ਰਕਿਰਤੀ ਨੂੰ ਪਛਾਣਨ ਦਾ ਯਤਨ ਕਰ ਸਕਦੇ ਹਾਂ। ਭਾਸ਼ਾਈ ਅਧਿਐਨ ਸਾਹਿਤ ਅਤੇ ਅਸਾਹਿਤ ਵਿੱਚ ਨਖੇੜਾ ਸਥਾਪਿਤ ਕਰਨ ਦਾ ਵੀ ਆਧਾਰ ਮੰਨਿਆ ਜਾ ਸਕਦਾ ਹੈ। ਸਾਹਿਤ ਅਤੇ ਅਸਾਹਿਤ ਵਿੱਚ ਨਖੇੜਾ ਸਥਾਪਿਤ ਕਰਨ ਲਈ ਅਸੀਂ ਸਾਹਿਤ ਦੇ ਗਲਪ ਤੱਤ ਜਾਂ ਕਲਪਨਾ ਲੋਕ ਦਾ ਅਧਿਐਨ ਵਿਸ਼ਲੇਸ਼ਣ ਕਰਕੇ ਵੀ ਅਸੀਂ ਸਾਹਿਤ ਦੀ ਪ੍ਰਕਿਰਤੀ ਤੋਂ ਜਾਣੂ ਹੋ ਸਕਦੇ ਹਾਂ। ਸਾਹਿਤ ਵਿੱਚ ਵਰਣਿਤ ਵੇਰਵੇ, ਦੇਸ਼ ਕਾਲ ਅਤੇ ਜੀਵਨ ਪੂਰਨ ਰੂਪ ਵਿੱਚ ਸੱਚ ਨਹੀਂ ਹੁੰਦਾ। ਸਾਹਿਤ ਵਿੱਚ ਵਰਣਿਤ ਘਟਨਾਵਾਂ ਲੇਖਕ ਦੀ ਕਲਪਨਾ ਦਾ ਹਿੱਸਾ ਹੁੰਦੀਆਂ ਹਨ। ਇਹੀ ਕਥਨ ਇਤਿਹਾਸਿਕ ਨਾਵਲਾਂ ਉੱਪਰ ਸਹੀ ਟੁਕਦਾ ਹੈ, ਕਿਉਂਕਿ ਇਤਿਹਾਸਿਕ ਨਾਵਲਾਂ ਦੇ ਪਾਤਰ ਇਤਿਹਾਸਕ ਹੁੰਦੇ ਹੋਏ ਵੀ ਸਾਹਿਤਕਾਰ ਦੀ ਸਿਰਜਣਾ ਦਾ ਹਿੱਸਾ ਹੁੰਦੇ ਹਨ। ਇਹ ਪਾਤਰ ਉਹੀ ਕੁਝ ਬੋਲਦੇ ਹਨ ਜੋ ਸਾਹਿਤਕਾਰ ਉਹਨਾਂ ਨੂੰ ਜ਼ੁਬਾਨ ਦਿੰਦਾ ਹੈ। ਸੋ ਅਸੀਂ ਇਸ ਨਿਰਣੇ ਤੇ ਪਹੁੰਚਦੇ ਹਾਂ ਕਿ ਸਾਹਿਤ ਦਾ ਮਹੱਤਵਪੂਰਨ ਲੱਛਣ ਗਲਪ ਤੱਤ ਜਾਂ ਕਲਪਨਾ ਤੱਤ ਹੁੰਦਾ ਹੈ। ਪਰ ਇੱਥੇ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਕਈ ਵਾਰੀ ਗਲਪ ਤੱਤ ਸਾਹਿਤ ਰਚਨਾਵਾਂ ਤੋਂ ਛੁੱਟ ਹੋਰ ਰਚਨਾਵਾਂ ਵਿੱਚ ਵੀ ਹੁੰਦਾ ਹੈ। ਉਦਾਹਰਨ ਲਈ ਪਲੇਟੋ ਦੀ ਪੁਸਤਕ ਰਿਪਬਲਿਕ ਦਰਸ਼ਨ ਦੀ ਪੁਸਤਕ ਹੈ, ਪਰ ਉਸ ਵਿਚਲੀਆਂ ਪਰਕਥਾਵਾਂ ਦੀ ਗਲਪ ਤੱਤ ਤੋਂ ਇਨਕਾਰੀ ਨਹੀਂ ਕੀਤਾ ਜਾ ਸਕਦਾ। ਪਰ ਸਾਹਿਤਕ ਰਚਨਾਵਾਂ ਵਿੱਚ ਕਲਪਨਾ ਵੀ ਸੌਂਦਰਯ ਸ਼ਾਸਤਰੀ ਤੱਤ ਵਾਂਗ ਕੇਂਦਰੀ ਤੱਤ ਹੈ, ਜਦਕਿ ਦੂਸਰੀਆਂ ਰਚਨਾਵਾਂ ਵਿੱਚ ਇਸ ਨੂੰ ਗੌਣ ਸਥਾਨ ਪ੍ਰਾਪਤ ਹੈ, ਪ੍ਰਮੁੱਖ ਨਹੀਂ। ਜੇ ਅਸੀਂ ਇਸ ਨੂੰ ਸਵੀਕਾਰੀਏ ਤਾਂ ਇਸ ਪ੍ਰਕਾਰ ਦੀ ਸੰਕਲਪਨਾ ਹਰ ਪ੍ਰਕਾਰ ਦੀ ਗਲਪ ਸਾਹਿਤ, ਇੱਥੋਂ ਤੱਕ ਕਿ ਘਟੀਆ ਤੋਂ ਘਟੀਆ ਨਾਵਲ, ਨਾਟਕ, ਕਹਾਣੀ ਆਦਿ ਨੂੰ ਵੀ ਸਾਹਿਤ ਸਵੀਕਾਰ ਕਰਨਾ ਪਏਗਾ। ਸੋ ਇਸ ਸਾਰੀ ਚਰਚਾ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਾਰੇ ਯਤਨ ਸਾਹਿਤ ਨੂੰ ਅਸਾਹਿਤ ਨਾਲੋਂ ਨਖੇੜਨ ਦੇ ਹਨ। ਇਸ ਨਖੇੜੇ ਦਾ ਆਧਾਰ ਯੁਗਾਂ ਤੋਂ ਚਲੇ ਆ ਰਹੇ ਸੌਂਦਰਯ ਸ਼ਾਸਤਰੀ ਸੰਕੇਤਾਂ ਦੀ ਪੁਨਰ ਵਿਆਖਿਆ ਨਾਲ ਸੰਬੰਧਿਤ ਹੈ। ਇਹ ਸੰਕੇਤਨ ਸੌਂਦਰਯਾਤਮਕ ਦੂਰੀ, ਕਲਪਨਾ, ਸਿਰਜਣਾ, ਅਨੇਕਤਾ ਵਿੱਚ ਏਕਤਾ ਆਦਿ। ਇਹਨਾਂ ਵਿੱਚੋਂ ਕੋਈ ਵੀ ਸੰਕੇਤ ਪੂਰਨ ਵਿਆਖਿਆ ਕਰ ਸਕਣ ਦੇ ਯੋਗ ਨਹੀਂ ਹੈ, ਪਰ ਇਸ ਤੋਂ ਘੱਟੋ ਘੱਟ ਇਸ ਸੰਕੇਤ ਤੇ ਤਾਂ ਪਹੁੰਚਿਆ ਜਾ ਸਕਦਾ ਹੈ ਕਿ ਸਾਹਿਤ ਇੱਕ ਜਟਿਲ ਸੰਗਠਨ ਹੈ। ਸਾਹਿਤ ਦੀ ਪ੍ਰਕਿਰਤੀ ਦੀਆਂ ਕਈ ਪਰਤਾਂ ਹਨ। ਕਲਾਕਿਰਤ ਕਈ ਤੱਤਾਂ ਦਾ ਮਿਸ਼ਰਣ ਹੁੰਦੀ ਹੋਈ ਵੀ ਇੱਕ ਅਖੰਡ ਰਚਨਾ ਹੈ। ਸਾਹਿਤ ਦੀ ਪ੍ਰਕਿਰਤੀ ਨੂੰ
ਸ਼ੁੱਧ ਸਰੂਪ ਵਿੱਚ ਜਾਣਨ ਲਈ ਸਾਨੂੰ ਸਾਹਿਤ ਦੇ ਹੋਂਦ ਵਿਧੀ ਨੂੰ ਤਲਾਸ਼ਣਾ ਜ਼ਰੂਰੀ ਹੈ। ਸਾਹਿਤ ਦੀ ਹੋਂਦ ਵਿਧੀ ਜਾਂ ਸਾਹਿਤ ਦਾ ਪ੍ਰਯੋਜਨ ਕੀ ਹੈ, ਇਸੀ ਗੱਲ ਅਸੀਂ ਆਪਣੇ ਅਗੇਰੇ ਈ ਅਧਿਆਪਨ ਵਿੱਚ ਕਰਾਂਗੇ। ਧੰਨਵਾਦ।